सिमरजीत सिंह बैस से बलात्कार का इल्जाम लगा के उस खिलाफ लगातार कई महीनों तो लड़ाई लड़ रही पीड़िता वालों अज आखिरकार पक्के तौर पर पुलिस कमिश्नर दफ्तर के बाहर लगाया गया धरना खत्म कर दिता गया है, जिसका कारण सिमरजीत बैस वालों और उसके साथियों वालों कल अदालत में आत्म समर्पण करना दस्या जा रहा है। पीड़िता की हिमायत लिए अज वकील हरीश टांडा और सेवा मुक्त DSP सेखों पहुंचे, जिन्होंने कहा कि आखिरकार जुल्म का अंत होया तो एक पीड़ित को इंसाफ मिला, पर इंसाफ लिए जो उसने कई महीनों तक अपना इरादा पक्का रखा तो धमकियां तो नहीं डरी, ये उसकी शलाघायोग काम है। फाइव न्यूज़ लुधियाना तो विपिन कुमार की रिपोर्ट। ਜਦੋਂ ਇਹ ਕਹਿੰਦਾ ਨਾ ਕਾਗਜ਼ੀ ਰੇਪ, ਤੁਸੀਂ ਉਹਨੂੰ ਪੁੱਛਿਓ ਕਿ ਤੇਰਾ ਜ਼ੋਰ ਕਿਉਂ ਲੱਗ ਗਿਆ ਇੰਨਾ, ਤੂੰ ਭੱਜਿਆ ਕਿਉਂ, ਭੱਜ ਕਿਉਂ ਗਿਆ ਸੀ, ਕਿਉਂ ਬਾਹਰਲੀ ਪੁਲਿਸ ਮਸ਼ੀਨਰੀ ਯੂਜ਼ ਕੀਤੀ, ਕਿਉਂ ਸਾਨੂੰ ਆਫਰਾਂ ਦਿੱਤੀਆਂ, ਆਫਰਾਂ ਦੀਆਂ ਰਿਕਾਰਡਿੰਗਾਂ ਕੋਰਟ ਦੇ ਵਿੱਚ ਗਈਆਂ ਹੋਈਆਂ ਨੇ ਤੇ ਕਾਗਜ਼ੀ ਰੇਪ ਦੱਸਦਾ ਤੇ ਕਾਗਜ਼ੀ ਰੇਪ ਦੇ ਵਿੱਚ ਫਿਰ ਹੁਣ ਤੂੰ ਭਗੌੜਾ ਵੀ ਹੋ ਗਿਆ, ਰਿਮਾਂਡ ਵੀ ਹੋ ਗਿਆ ਤੇਰਾ, ਹਜੇ ਵੀ ਇਹ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰਦਾ ਪਿਆ। ਪਰ ਇਹਦੇ ਤੇ ਇੱਕ ਨੰਬਰ ਦਾ ਝੂਠਾ ਬੰਦਾ, ਇਹਦੇ ਮੂੰਹ ਤੇ ਲਾਂਤਾ ਪਾਇਆ ਕਰੋ ਕਿ ਤੇਰਾ ਜ਼ੋਰ ਕਿਉਂ ਲੱਗਿਆ, ਤੂੰ ਭੱਜਿਆ ਕਿਉਂ ਸੀ। ਤੁਸੀਂ ਵੀ ਤਾਂ ਪੁੱਛ ਸਕਦੇ ਹੋ ਨਾ ਕਿ ਜੇ ਕਾਗਜ਼ੀ ਰੇਪ ਸੀ ਤੂੰ ਭੱਜ ਕਿਉਂ ਗਿਆ ਸੀ, ਹੁਣ ਕਿਉਂ ਆਇਆ, ਹੁਣ ਮਜਬੂਰੀ 'ਚ ਆਇਆ, ਖਾਤੇ ਸੀਜ਼ ਹੋ ਗਏ, ਫਰੀਜ਼ ਹੋ ਗਏ, ਜਾਂ ਪ੍ਰਾਪਰਟੀ ਸੀਜ਼ ਹੋਣ ਵਾਲੀ ਹੋ ਗਈ, ਆਕਸ਼ਨ 'ਚ ਆਉਣ ਵਾਲੀ ਹੋ ਗਈ, ਤਾਂ ਆਇਆ ਇਹ ਭਰਾ ਫੜਿਆ ਗਿਆ, ਤਾਂ ਆਇਆ, ਮਜਬੂਰੀ 'ਚ ਆਇਆ। देखो संघर्ष भी तुसी काफ़ी लंबा झेलिया और गर्मी होई सर्दी होई तुसी तूफान होया तुसी बैठे रहे। ਹਾਂਜੀ ਸਰ, ਸਾਨੂੰ ਇਹਨੇ ਪੂਰੀ ਤਰ੍ਹਾਂ ਤੋਂ ਉਜਾੜ ਦਿੱਤਾ ਸੀ। ਉਹ ਜਦ ਸਾਡੇ ਕੋਲੋਂ ਛੱਤ ਵੀ ਖੋਲੀ, ਸਾਡੇ ਕੋਲੋਂ ਸਾਡੀ ਇੱਜ਼ਤ ਵੀ ਰੋਲਤੀ ਇਹਨੇ ਗਲੀਆਂ ਦੇ ਵਿੱਚ, ਤਾਂ ਫਿਰ ਉਹ ਬੰਦਾ ਕੀ ਕਰੂਗਾ। ਉਹਦੇ ਲਈ ਮਜਬੂਰੀ ਦੇ ਵਿੱਚ ਫਿਰ ਇੱਥੇ ਬਹਿਣਾ ਬੈਟਰ ਸੀਗਾ, ਜਿੰਨਿਆਂ ਨੇ ਸਾਨੂੰ ਰੋਲਿਆ ਪਿਆ, ਉਜਾੜਿਆ ਪਿਆ। ਇੱਕ ਬੰਦਾ ਜਿਹੜਾ ਜਿਹਨੇ ਸਾਨੂੰ ਸੜਕ ਤੇ ਬਿਠਾਇਆ, ਸਾਡਾ ਵੀ ਫਰਜ਼ ਬਣਦਾ ਸੀ ਅਸੀਂ ਉਹਨੂੰ ਵੀ ਸੜਕ ਤੇ ਬਿਠਾਈਏ। मैं उनका धरना खत्म किया जा रहा है। ਆਫਰਸ ਵੀ ਆਈਆਂ ਸੀ ਕੋਈ ਸਰ? ਆਫਰਸ ਆਈਆਂ ਨੇ, ਪਹਿਲਾਂ 50 ਲੱਖ ਦਾ ਕੈਸ਼ ਲੈ ਲਓ, 30 ਲੱਖ ਰੁਪਏ ਦਾ ਘਰ ਲੈ ਲਓ ਫੁੱਲਾਂ ਵੱਲ, ਤੇ ADCP ਨੂੰ ਇੱਕ ਲਾਈਨ ਲਿਖ ਕੇ ਦੇ ਦਿਓ। ਇਹ ਇੱਕ ਮੇਰਾ ਮੁੱਖ ਗਵਾਹੀ ਹੈ, ਮੇਰੇ ਘਰੇ ਆਇਆ ਸੀ, ਉਹਨੂੰ ਕਿਹਾ ਮਨਾ ਕੇ ਆ ਇਹਨੂੰ, ਔਰ ਉਹ ਰਿਕਾਰਡਿੰਗ ਕੋਰਟ ਦੇ ਵਿੱਚ ਪਈ ਹੋਈ ਆ, ਕੋਰਟ ਕੋਲ ਗਈ ਹੋਈ ਆ। ਫਿਰ ਦੋ ਬੰਦੇ ਸੀਗੇ, ਇੱਕ ਰਿਸ਼ੀਪਾਲ ਸੂਦ, ਇੱਕ ਵਿਨਾਇਕ, ਉਹ ਮੇਰੇ ਮੁੱਖ ਗਵਾਹ ਕੋਲ ਗਏ, ਉਹਨੂੰ ਕਹਿੰਦੇ ਕਿ ਕਿਸੇ ਤਰ੍ਹਾਂ ਬੀਬੀ ਨੂੰ ਮਨਾ ਤੇ ਤੇਰਾ ਵੀ ਮੂੰਹ ਮਿੱਠਾ ਕਰਾਵਾਂਗੇ। ਉਹ ਰਿਕਾਰਡਿੰਗਾਂ ਵੀ ਇਹਦੇ ਕੋਲ ਗਈਆਂ ਕੋਰਟ ਦੇ ਵਿੱਚ ਨੇ, ਬੈਂਸਾਂ ਨੂੰ ਬਚਾ ਲਾ, ਬੀਬੀ ਨੂੰ ਮਨਾ ਜਿਵੇਂ ਮਰਜ਼ੀ। ਤੁਸੀਂ ਖੁਦ ਦੇਖੋ ਕਿ ਆਫਰਾਂ ਵੀ ਦਿੱਤੀਆਂ, ਫਿਰ ਪਰਚੇ ਇਹਨੇ ਹਰ ਸਟੇਟ ਤੋਂ ਪਰਚਾ ਕਰਾਇਆ, ਜਿਹੜੀ ਬਾਹਰਲੀਆਂ ਸਟੇਟਾਂ ਦੀ ਪੁਲਿਸ ਮਸ਼ੀਨਰੀ ਯੂਜ਼ ਕੀਤੀ। ਇਹ ਕਾਗਜ਼ੀ ਰੇਪ ਸੀਗੇ ਜਿਹੜਾ ਇਹਨੂੰ ਇੰਨਾ ਜ਼ੋਰ ਲਾਉਣਾ ਪੈ ਗਿਆ। ਪੁੱਛਿਆ ਕਰੋ ਇਹਨੂੰ ਜਰਾ ਸਵਾਲ। ਹੁਣ ਅੱਜ ਤੁਸੀਂ ਧਰਨਾ ਖਤਮ ਕਰ ਰਹੇ ਹੋ। ਧਰਨਾ ਖਤਮ ਕੀਤਾ ਜਾ ਰਿਹਾ ਮੈਂ ਸਰ ਧਰਨਾ ਖਤਮ ਕਰਤਾ ਅਸੀਂ, ਕਿਉਂਕਿ ਇਹਨੇ ਅਰੈਸਟ ਹੋਣਾ ਸੀਗਾ। ਅਰੈਸਟ ਤੋਂ ਬਾਅਦ ਮੇਰਾ ਧਰਨਾ ਖਤਮ ਹੋਣਾ ਸੀ, ਪਰ ਅਸੀਂ ਇੱਥੇ ਕੰਟੀਨਿਊਲੀ ਬੈਠਾਂਗੇ। ਜਿਹੜੇ ਲੋਕ ਹੋਰ ਮਜਬੂਰ ਨੇ, ਜਿਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ, ਉਹਨਾਂ ਦੀ ਸੁਣਵਾਈ ਲਈ 11 ਤੋਂ 2 ਵਜੇ ਤੱਕ ਅਸੀਂ ਇੱਥੇ ਬੈਠਿਆ ਕਰਾਂਗੇ। ਤੁਸੀਂ ਆਪ ਬੈਠਾ ਕਰੋ? ਹਾਂਜੀ ਸਰ, ਮੈਂ ਸਿੱਖੂ ਸਰ, ਟਾਂਡਾ ਸਰ, ਕੋਈ ਵੀ ਹਰ ਕੋਈ ਇਸ ਹੈਲਪ ਕਰਾਂਗੇ ਅਸੀਂ। ਪਰਮਾਨੈਂਟ ਇੱਥੇ ਹੁਣ ਹਾਂਜੀ ਸਰ, ਬੈਠੇ ਰਿਹਾ ਕਰੋ। ਬਿਲਕੁਲ। ਸੋ ਕਰ ਲਾ ਇੱਕ ਮਿੰਟ ਗੱਲ ਹੈਗਾ, ਜੇ ਤੁਸੀਂ ਅੜੇ ਰਹੋ। ਮੈਂ ਪਹਿਲੇ ਦਿਨ ਤੋਂ ਇੱਥੇ ਮਾਯੂਸ ਨਹੀਂ ਸੀ, ਮੈਂ ਕਹਿੰਦਾ ਸੀ ਦੇਰ ਹੈ ਅੰਧੇਰ ਨਹੀਂ ਹੈ। ਮੈਂ ਯਾਦ ਹੋਣਾ ਤੁਹਾਨੂੰ ਵੇਖਣਾ ਪੈਂਦਾ, ਮੈਂ ਕਹਿੰਦਾ ਸੀ ਕਾਨੂੰਨ ਸਫ਼ਰ ਸਲੋ ਤੈਅ ਕਰਦਾ ਪਰ ਸ਼ਿਓਰਲੀ ਗਲੇ ਤੱਕ ਪਹੁੰਚਦਾ। ਸ਼ਾਇਦ ਆਮ ਲੋਕਾਂ ਨੂੰ ਰੇ ਆਫ ਹੋਪ ਕੱਲ੍ਹ ਨਜ਼ਰ ਆਈ ਜਦ ਇਹ ਸਰੈਂਡਰ ਕੀਤਾ, ਪਰ ਮੈਨੂੰ ਰੇ ਆਫ ਹੋਪ ਪਹਿਲੇ ਦਿਨ ਤੋਂ ਸੀ। ਪਰ ਮੈਨੂੰ ਇੰਨੀ ਜ਼ਿਆਦਾ ਰੈਜ਼ਿਸਟੈਂਸ ਗਵਰਨਮੈਂਟ ਵੱਲੋਂ ਤੇ ਪੁਲਿਸ ਵੱਲੋਂ ਉਮੀਦ ਨਹੀਂ। ਇਹਦੇ ਤੇ ਇੱਕ ਸਵਾਲ ਹੁਣ ਖੜਾ ਹੁੰਦਾ ਹੈ ਕਿ ਕਿਸ ਹੱਦ ਤੱਕ ਪੁਲਿਸ ਨੂੰ ਪੋਲੀਟੀਕਲ ਪੌਨ ਬਣਾ ਲਿਆ ਗਿਆ, ਪਿਆਦਾ ਬਣਾ ਲਿਆ ਗਿਆ। ਤੁਸੀਂ ਇਹ ਦੇਖੋ, ਕੋਈ SHO ਕੋਈ ਪਰਚਾ ਰਜਿਸਟਰ ਨਹੀਂ ਕਰ ਸਕਦਾ ਜਦ ਤੱਕ SSP ਜਾਂ ਕਮਿਸ਼ਨਰ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦਾ। ਅੱਜ ਇੱਕ ਨਵਾਂ ਸੈਂਟਰਲਾਈਜੇਸ਼ਨ ਕੀਤੀ ਹੈ, ਹਰ ਜ਼ਿਲ੍ਹੇ 'ਚ ਇੱਕ ADGP ਰੈਂਕ ਦਾ ਅਫਸਰ ਲਾ। DGP ਸਾਹਿਬ ਵਰਗਾ ਬੰਦਾ ਨੌਨ ਕ੍ਰਿਮੀਨਲ ਸਾਹਮਣੇ ਹੈ, ਉਹਦੇ ਤੇ ਤਾਂ ਕੁਝ ਨਹੀਂ ਕਰਦੇ, ਅਨਨੋਨ ਨੂੰ ਲੱਭਣ ਨਿਕਲਦਿਆਂ ਅਖਬਾਰ ਦੀ ਖਬਰ ਬਣਾਉਣ। ਇੱਕ ਮਜ਼ਾਕ ਵਾਲਾ ਕੰਮ ਹੈ ਕਿ DGP ਸਾਹਿਬ ਆਪ ਜਾਂਦੇ ਹੈ ਖਰੜ ਤੇ ਮੋਹਾਲੀ, ਡੋਰ ਟੂ ਡੋਰ ਤਲਾਸ਼ੀ ਕਰਨਾ। ਇਹ ਮੈਂ ਸਮਝਦਾ ਪੁਲਿਸਿੰਗ ਨੂੰ ਇੱਕ ਹੋਰ ਪਾਸੇ ਲਾ ਕੇ ਥਾਣਿਆਂ 'ਚ ਕੰਮ ਤੇ ਹੋਰ ਵਿਗੜ ਪੈ ਜਾਂਦਾ। ਅਖਬਾਰਾਂ 'ਚ ਖਬਰਾਂ ਤਾਂ ਬਣ ਗਈਆਂ, 600 ਪਰਚੇ ਨਸ਼ੇੜੀਆਂ ਤੇ ਵਿਚਾਰਿਆਂ ਤੇ ਜਿਹੜੇ ਅੱਗੇ ਹੀ ਤੁਹਾਡੀ ਪੂਅਰ ਐਡਮਿਨਿਸਟ੍ਰੇਸ਼ਨ ਦੇ ਵਿਕਟਿਮ ਹੈ, ਨਸ਼ੇ ਦੇ ਆਦੀ ਹੋ ਗਏ ਹੈ, ਉਹਨਾਂ ਤੇ ਹੋਰ ਪਰਚੇ ਰਜਿਸਟਰ ਕਰਦੇ। ਹੈਲੋ ਐਂਡ ਇਹ ਸਿਸਟਮ ਅੱਗੇ ਵੀ ਹੋਇਆ, ਇਹ ਅਕਾਲੀ ਦਲ ਦੇ ਦੌਰ 'ਚ ਵੀ ਹੋਇਆ, ਸਾਡੀ ਸਰਕਾਰ ਦੇ ਦੌਰ।
ਮੈਂ ਉਦੋਂ ਵੀ ਸੈਣੀ ਸਾਹਿਬ ਨੂੰ ਕਿਹਾ ਤੇ ਆਪਣੀ ਲੀਡਰਸ਼ਿਪ ਨੂੰ ਕਿਹਾ ਕਿ ਇਹ ਧੱਕੇ ਆ ਜਿਹੜੇ ਬੰਦ ਕਰੋ। ਅਦਾਲਤ ਦੇ ਵਿੱਚ ਮੈਨੂੰ ਯਾਦ ਹੈ ਇੱਥੇ ਸੁਮਿਤ ਸੰਭਰਵਾਲ ਸਾਡੇ ਮੈਜਿਸਟਰੇਟ ਹੁੰਦੇ ਸੀ, ਇੱਕ ਦਿਨ 'ਚ 5, ਉਹ ਕਹਿੰਦੇ 6 ਮਹੀਨਿਆਂ 'ਚ ਕੋਈ ਨਹੀਂ ਆਇਆ, ਇੱਕ ਦਿਨ 'ਚ 5। ਮੈਂ ਕਿਹਾ ਜੀ ਡਿਊਟੀ ਲੱਗੀ। ਇੱਕ ਗੌਰਵ ਸਾਹਿਬ ਜਦ ਜਲੰਧਰ ਹੁੰਦੇ ਸੀ, ਥਾਣਿਆਂ ਦੀ ਡਿਊਟੀ ਲਾਈ ਸੀ ਕਿ ਦਿਹਾੜੀ 'ਚ 12 ਪਰਚੇ NDPS ਦੇ ਰਜਿਸਟਰ ਕਰਕੇ ਲਿਆਉਂਗੇ ਨਹੀਂ ਤਾਂ ਥਾਣਾ ਬਦਲ। ਕੱਲ ਵੀ ਕਿਹਾ ਗਿਆ ਸੀ ਕਿ ਜਿਹੜਾ ਪਰਚੇ ਨਹੀਂ ਰਜਿਸਟਰ ਕਰੂਗਾ ਸਮਝ ਲਓ ਤੁਹਾਡੀਆਂ ਪੋਸਟਿੰਗਸ ਹੋ ਜਾਣਗੀਆਂ। ਇਸ ਕਿਸਮ ਦੇ ਮਾਹੌਲ ਨਾਲ ਕ੍ਰਾਈਮ ਦੂਰ ਨਹੀਂ ਹੁੰਦਾ। ਕ੍ਰਾਈਮ ਤਾਂ ਦੂਰ ਹੋਊਗਾ ਜੇ ਤੁਸੀਂ ਇਮਾਨਦਾਰੀ ਨਾਲ ਕ੍ਰਾਈਮ ਡਿਟੈਕਸ਼ਨ ਕਰੋ। ਕ੍ਰਿਮੀਨਲ ਦੀ ਪ੍ਰੋਟੈਕਸ਼ਨ ਨਹੀਂ ਕਰੋਗੇ। ਤੁਸੀਂ ਕ੍ਰਿਮੀਨਲ ਪ੍ਰੋਟੈਕਟ ਕੀਤਾ, ਤੁਸੀਂ ਅਨਸਾਰੀ ਪ੍ਰੋਟੈਕਟ ਕੀਤਾ, ਤੁਸੀਂ ਬੈਂਸ ਪ੍ਰੋਟੈਕਟ ਕੀਤਾ। ਤੁਸੀਂ ਕਿਹੜਾ ਬੰਦਾ ਜਿਹਨੂੰ ਪ੍ਰੋਟੈਕਸ਼ਨ ਨਹੀਂ ਦਿੰਦੇ? ਇਹ ਪ੍ਰੋਟੈਕਸ਼ਨ ਤੁਸੀਂ ਬੰਦ ਕਰੋ, ਵਿਕਟਮਸ ਨੂੰ ਸੰਭਾਲੋ। ਕੇਸ ਤੇਜ਼ੀ ਨਾਲ, ਰਫਤਾਰ ਨਾਲ ਉਹਦੇ 'ਚ ਐਵੀਡੈਂਸ ਹੋਣਾ ਚਾਹੀਦਾ ਹੈ। ਮੈਨੂੰ ਅੱਜ ਉਹਦੇ ਤੇ ਵੀ ਹੈ ਜਿਹੜੀ ਉਹ ਛੋਟੀ ਦਿਲਰੋਜ਼ ਵਿਚਾਰੀ ਗਈ ਸੀ, ਮੈਂ ਉਹਦਾ ਕੇਸ ਲੜਨਾ ਚਾਹੁੰਦਾ ਸੀ ਪਰ ਉਹਦੇ ਤੇ ਵੀ ਸਿਆਸਤ ਸ਼ੁਰੂ ਹੋ ਗਈ। ਉਹ ਜੇ 5 ਦਿਨਾਂ 'ਚ ਉਹਨੂੰ ਸਜ਼ਾ ਹੋ ਜਾਂਦੀ ਮੈਸੇਜ ਹੋ ਜਾਣਾ। ਅੱਜ ਤੱਕ ਉਹਨੂੰ ਪਹਿਲਾਂ ਚਲਾਨ ਲਮਕ ਗਿਆ, ਹੁਣ ਉਹਦਾ ਟਰਾਇਲ ਲਮਕ ਰਿਹਾ ਹੈ। ਇਹ ਅਨਫੋਰਚੂਨੇਟ ਹੈ ਸਿਸਟਮ ਦੇ। ਸਿਸਟਮ ਦੇ ਵਿੱਚ ਸੁਧਾਰ ਦੀ ਲੋੜ ਹੈ। ਹਲੇ ਦਿੱਲੀ ਬਹੁਤ ਦੂਰ। ਅੱਜ ਜਿਹੜਾ ਤੁਸੀਂ ਇੱਕ ਪ੍ਰੈਸ ਵਾਰਤਾ ਕੀਤੀ ਹੈ, ਜਿਹੜਾ ਬਹਿਸ ਨੂੰ ਲੈ ਕੇ, ਉਹਦੇ ਬਾਰੇ ਤੁਸੀਂ ਅੱਜ ਜਿਹੜਾ ਧਰਨਾ ਖਤਮ ਕਰਨ ਜਾ ਰਹੇ ਹੋ, ਉਹਦੇ ਬਾਰੇ ਇਹ ਇੱਕ ਸਿੰਬੋਲਿਕ ਵਿਕਟਰੀ ਹੈ। ਇਹਦੇ 'ਚ ਕੋਈ ਜੇ ਮੈਂ ਕਹਾਂ ਕਿ ਮੈਂ ਬਹੁਤ ਵੱਡੀ ਕੋਈ ਮੱਲ ਮਾਰਦੀ, ਉਹ ਨਹੀਂ ਹੈ। ਮੱਲ ਮਾਰੀ ਵੀ ਨਹੀਂ। 1 ਸਾਲ ਦੇ ਬਾਅਦ ਰੇਪ ਦਾ ਮੁਲਜ਼ਮ ਅਰੈਸਟ ਹੋਵੇ, ਇਹ ਤਾਂ ਬੜੀ ਇਨਸਲਟ ਵਾਲੀ ਗੱਲ ਹੈ। ਸਿਸਟਮ ਲਈ ਬਹੁਤ ਮਾੜੀ ਗੱਲ ਹੈ। ਪਰ ਇਹ ਹੈ ਕਿ ਚਲੋ ਐਟਲੀਸਟ ਸੋਲੇਸ ਤਾਂ ਹੈ, ਸੰਤੋਖ ਤਾਂ ਹੈ ਕਿ ਕਮ ਸੇ ਕਮ ਜਿਹੜੀ ਜਗ੍ਹਾ ਦਾ ਹੱਕਦਾਰ ਸੀ ਇਹ ਉਸ ਜਗ੍ਹਾ ਤੇ ਤਾਂ ਗਿਆ। ਤੇ ਇਹਨੇ ਹਰ ਵਾਰ ਪੁੱਛਣਾ ਕਿੰਨੀ ਦੇਰ ਲੱਗੂ। ਮੈਨੂੰ ਕੀ ਜਵਾਬ ਦਿੱਤਾ? ਮੈਨੂੰ ਇੱਕੋ ਗੱਲ ਕਹਿੰਦਾ ਸੀ ਕਿ ਜੇ ਤੂੰ ਦ੍ਰਿੜ ਹੈ ਸਜ਼ਾ ਹੋ। ਇਹਦੀ ਕੱਦ ਮੈਂ ਕਿਹਾ ਮੈਂ ਵੀ ਨਹੀਂ ਕਹਿ ਸਕਦਾ। ਮੈਂ ਇਹਨੂੰ ਹਮੇਸ਼ਾ ਕਹਿਣਾ ਕਿ ਮੈਂ ਜਿਉਂਦਾ ਰਹਿ ਗਿਆ, ਤੂੰ ਅੜੀ ਰਹਿ ਗਈ, ਸਜ਼ਾ ਹੋ। ਕਿਉਂਕਿ ਇਸੇ ਮਾਹੌਲ ਦੇ ਵਿੱਚ ਹਰ ਕਿਸਮ ਦਾ ਖਤਰਾ ਹੈ। ਐਂਡ ਇਹ ਬੰਦੇ ਅੱਜ ਕੱਲ੍ਹ ਤਾਂ 20-50 ਹਜ਼ਾਰ ਦੇਖ ਕੇ ਕਿਸੇ ਦਾ ਕੁਝ ਵਿਗਾੜ ਲੈਂਦੇ ਆ। ਇਹ ਬਟ ਜੇ ਇਸ ਭੈ ਨਾਲ ਸਾਰੇ ਅੰਦਰ ਬਹਿ ਜਾਣ, ਸੋਸਾਇਟੀ ਦਾ ਕੀ ਬਣੂ? ਸੋ ਲੜਨਾ ਚਾਹੀਦਾ ਹੈ, ਨਿਕਲਣਾ ਚਾਹੀਦਾ ਹੈ। ਅਸੀਂ ਲੜੇ ਹਾਂ ਤੇ ਮੈਂ ਜਸਟਿਸ ਡਿਲੀਵਰੀ ਸਿਸਟਮ ਨੂੰ ਫਿਰ ਵੀ ਤਾਰੀਫ ਕਰਦਾ। ਬਾਵਜੂਦ ਕਿ ਪੁਲਿਸ ਨੇ ਮਾੜਾ ਕੀਤਾ, ਰੁਪਿੰਦਰ ਭੱਟੀ ਵਰਗਾ ਇੱਕ ਰਾਈਜ਼ਿੰਗ ਚਮਕਦਾ ਸਿਤਾਰਾ ਵੀ ਇਸ ਪੁਲਿਸ ਦੇ ਵਿੱਚ ਅੱਛੇ ਲੋਕ ਵੀ ਬਹੁਤ ਹੈ। ਜਿਹੜੇ ਨਹੀਂ ਕੰਮ ਕਰ ਸਕੇ ਉਹ ਮਾੜੇ ਨਹੀਂ, ਉਹਨਾਂ ਨੂੰ ਮਜਬੂਰ ਕੀਤਾ। ਮੈਂ ਕਿਸੇ ਨੂੰ ਮਾੜਾ ਨਹੀਂ ਸਮਝਦਾ। ਜਿੰਨੇ ਕਮਿਸ਼ਨਰ ਹੈ ਮੈਂ ਲੜਦਾ ਰਿਹਾ ਵਿਚਾਰਿਆਂ ਨਾਲ, ਮੇਰੀਆਂ ਕਈ ਗੱਲਾਂ ਸੁਣਦੇ ਰਹੇ ਹਾਂ। ਕੌਸਤਕ ਸ਼ਰਮਾ ਜੀ ਹੁਣ ਇੱਥੇ ਹੋ ਕੇ ਗਏ ਹੈ, ਦੇ ਆਰ ਵੈਰੀ ਗੁੱਡ ਅਫਸਰ। ਬਟ ਸਵਾਲ ਇਹ ਹੈ ਕਿ ਇਹਨਾਂ ਨੂੰ ਫਰੀडम ਤਾਂ ਦਿਓ ਕੰਮ ਕਰਨ ਦੀ। ਮੈਨੂੰ ਗਰੰਟੀ ਹੈ ਕਿ ਜੇ ਪਹਿਲੇ ਦਿਨ ਫਰੀडम ਹੁੰਦੀ ਹੈ, 2 ਦਿਨ 'ਚ ਕੇਸ ਰਜਿਸਟਰ ਹੋ ਕੇ ਹੁਣ ਤੇ ਫੈਸਲਾ ਹੋਇਆ ਹੁੰਦਾ ਹੈ। ਫਰੀडम ਮਾਨਯੋਗ ਕੈਪਟਨ ਅਮਰਿੰਦਰ ਸਿੰਘ, ਮਾਨਯੋਗ ਚੰਨੀ ਸਾਹਿਬ ਤੇ ਮੌਜੂਦਾ ਕੋਹਿਨੂਰ ਹੀਰਾ ਕੇਜਰੀਵਾਲ ਜੀ ਦਾ ਤਰਾਸ਼ਿਆ ਹੋਇਆ ਭਗਵੰਤ ਮਾਨ ਜੀ। ਚਲੋ ਭਗਵੰਤ ਮਾਨ ਨੂੰ ਵੀ ਕੀ ਕਹਿਣਾ, ਉਹਨੂੰ ਤਾਂ ਵਿਚਾਰੇ ਨੂੰ ਆਪ ਖੁਦ ਮੁਖਤਿਆਰੀ ਹੈ। ਉਹ ਤਾਂ ਆਪ ਰਾਘਵ ਚੱਡੇ ਦੇ ਥੱਲੇ ਹੈ। ਉਹ ਤਾਂ ਉੱਤੋਂ ਦੇਖ ਕੇ ਫੈਸਲੇ ਲੈਂਦਾ ਤਾਂ ਉਹਦਾ ਮੁਨਾਸਿਬ ਹੀ ਹੈ ਉਹ ਵੀ ਇਹਨਾਂ ਨੂੰ ਫੈਸਲੇ ਐਵੇਂ ਹੀ ਕਰਨ ਦਊਗਾ। ਪਰ ਇਹ ਸਿਸਟਮ ਮਾੜਾ, ਇਹਨੂੰ ਸੁਧਾਰਨਾ ਪੈਂਦਾ। ਤੇ ਕੱਲ ਜਿੱਦਾਂ ਹੁਣ ਨਾਰੇ ਵੀ ਲੱਗੇ ਹੋਏ, ਸਾਰੀਆਂ ਪਗੜੀਆਂ ਬਣ ਕੇ ਆਏ, ਉਸ ਤੋਂ ਬਾਅਦ ਉਹਨਾਂ ਬੈਂਸ ਦੇ ਭਰਾ ਨੂੰ ਪੁੱਛਿਆ ਗਿਆ, ਉਹਨੇ ਕਿਹਾ ਉਹਨੂੰ ਸਿਲੰਡਰ ਕਰਨਾ ਹੀ ਪੈਣਾ ਸੀਗਾ। ਸਹੀ ਕਹਿੰਦੇ ਆ, ਸਿਲੰਡਰ ਤਾਂ ਕਰਨਾ ਪੈਣਾ ਸੀ, ਆਪਸ਼ਨ ਨਹੀਂ ਸੀ ਰਹੀ। ਕਾਲੀ ਪਗੜੀ ਕਿਹਦੇ ਨਾਲ ਰੋਸ ਸੀ? ਉਹਨਾਂ ਨੂੰ ਤਾਂ ਕਿਸੇ ਨੇ ਮਜਬੂਰ ਨਹੀਂ ਕੀਤਾ ਪੇਸ਼, ਉਹਨੂੰ ਆਪ ਪੇਸ਼ ਹੋਣਾ। ਸੋ ਪ੍ਰੋਟੈਸਟ ਕਿਹਦੇ ਅਗੇਂਸਟ ਕਰ ਰਹੇ ਸੀ? ਪ੍ਰੋਟੈਸਟ ਉਹ ਆਪਣੇ ਫੈਸਲੇ ਦੇ ਅਗੇਂਸਟ ਕਰ ਰਹੇ ਸੀ। ਸਾਡਾ ਸਮਾਜ ਤਾਂ ਕਹਿੰਦਾ ਜਿਹੜਾ ਇਹੋ ਜਿਹਾ ਕੁਕਰਮ ਕਰੇ ਉਹਦਾ ਮੂੰਹ ਕਾਲਾ ਕਰੋ। ਜੇ ਮੂੰਹ ਹੀ ਕਾਲਾ ਕਰ ਲੈਂਦੇ ਆਪਣਾ ਤਾਂ ਸ਼ਾਇਦ ਪਛਤਾਵਾ ਹੋਵੇ। ਨਾਰੇ ਲਗਾਣੇ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ, ਨਾਰੇ ਲਗਾਣੇ ਬਹਿਸ ਆਗੇ बढ़ो हम तुम्हारे साथ हैं। किस ਕੰਮ ਲਈ ਆਗੇ बढ़ो? ਜਿਹੜੀ ਸੋਚ ਦਰਸਾਉਂਦੀ ਹੈ ਇਸ ਕੇਸ 'ਚ, ਉਹ ਸੋਚ ਅੱਗੇ बढ़ो ਕੰਮ ਕਰਨ ਨੂੰ। ਜੇ ਇਹ ਕੁਕਰਮ ਕੀਤੇ ਉਸ ਕੰਮਾਂ ਲਈ ਮਤਲਬ ਕਿ ਕਿਆ ਇਹ ਸੋਚਦੇ ਆ ਕਿ ਸਮਾਜ ਮੂਰਖ ਹੋ ਗਿਆ, ਸਮਾਜ ਦੀ ਮਾਨਸਿਕਤਾ ਦਾ ਦਿਵਾਲਾ ਨਿਕਲ ਗਿਆ ਕਿ ਤੁਹਾਡੀਆਂ ਇਹ ਗੱਲਾਂ 'ਚ ਵੀ ਆਊਗਾ। ਹੁਣ ਇਹ ਜਿਹੜੀ ਇਹਨਾਂ ਦੀ ਹਾਂਡੀ ਸੀਗੀ ਇਹ ਪੂਰੀ ਹੋ ਗਈ ਹੈ। ਹੁਣ ਇਹਨਾਂ ਦੀ ਹਾਂਡੀ ਚੱਲਣ ਵਾਲੇ ਨੇ, ਜੋ ਮਰਜ਼ੀ ਮੇਰੇ ਤੇ ਕਹਿ ਲੈਣ, ਅਕਾਲੀ ਦਲ ਤੇ ਕਹਿ ਲੈਣ,
ਮੈਨੂੰ ਖੀਲਾ ਕਹਿ ਲੈਣ, ਮੈਨੂੰ ਚਮਚਾ ਕਹਿ ਲੈਣ, ਪਰ ਇੱਕ ਚੀਜ਼ ਦੱਸਾਂ, ਮਾਈਟ ਆਫ ਜਸਟਿਸ ਹੈ ਨਾ ਜਿਹੜਾ, ਉਹਦਾ ਅਹਿਸਾਸ ਇਹਨਾਂ ਨੂੰ। ਬਿਲਕੁਲ ਜਿੱਦਾਂ ਡਾਕਟਰ ਸਾਹਿਬ ਧਰਨਾ ਹੁਣ ਖਤਮ ਕੀਤਾ ਜਾ ਰਿਹਾ, ਧਰਨਾ ਖਤਮ ਕੀਤਾ ਜਾ ਰਿਹਾ ਹੁਣ। ਇੱਥੇ ਦਾ ਧਰਨਾ ਦੀ ਕੰਡੀਸ਼ਨ ਸੀ ਮੈਂ ਉਦੋਂ ਤੱਕ ਬੈਠੂੰਗੀ ਜਦ ਤੱਕ ਅਰੈਸਟ ਨਹੀਂ ਹੁੰਦਾ। ਉਹ ਕੰਡੀਸ਼ਨ ਅੱਜ ਪੂਰੀ ਹੋ ਗਈ ਹੈ, ਇਸ ਕਰਕੇ ਧਰਨਾ ਖਤਮ ਹੋ ਰਿਹਾ। ਬਟ ਹੁਣ ਸਾਡਾ ਫੋਕਸ ਵਿਲ ਬੀ ਕਿ ਲੀਗਲ ਕੇਸ ਕਿਵੇਂ ਦਾ। ਇੱਕ ਮਿੰਟ ਪਹਿਲਾਂ ਮੈਡਮ ਜੀ ਇਹਨਾਂ ਨੇ ਦੱਸ ਦਿੱਤਾ ਕੰਟੀਨਿਊ ਰਹੂਗਾ। ਟਾਂਡਾ ਸਾਹਿਬ ਐਡਵੋਕੇਟ ਨੇ, ਉਹਨਾਂ ਨੇ ਇੱਕ ਡਿਫਰੈਂਟ ਐਂਗਲ ਤੋਂ ਦੇਖਣਾ ਹੈ। ਇਨਸਾਫ ਲਿਆ ਗਿਆ, ਇਨਸਾਫ ਮਿਲਿਆ ਨਹੀਂ ਹੈਗਾ ਕਿਸੇ ਨੇ। ਇਨਸਾਫ ਨਾ ਪੁਲਿਸ ਨੇ ਦਿੱਤਾ, ਨਾ ਕੋਰਟਾਂ ਨੇ ਦਿੱਤਾ। ਬਿਲਕੁਲ ਹਿੱਕ ਤੇ ਬੈਠ ਕੇ ਇਨਸਾਫ ਲਿਆ ਗਿਆ ਔਰ ਗਾਂ ਵੀ ਲਿਆ ਜਾਂਦਾ ਰਹੂਗਾ। ਹੁਣ ਵੀ ਜਦੋਂ ਇਹ ਪੇਸ਼ ਹੋਏ ਹੈ, ਡੀਲਾਂ ਕਰਕੇ ਪੇਸ਼ ਹੋਏ ਹੈ, ਜੱਜਾਂ ਨਾਲ ਮੀਟਿੰਗਾਂ ਹੋਈਆਂ, ਕਰੋੜਾਂ ਰੁਪਈਆ ਜਮ੍ਹਾਂ ਹੋ ਜਾਏ, ਸਮਾਂ ਆਉਣ ਦਿਓ। ਅਗਲੀਆਂ ਗੱਲਾਂ ਦੇ ਵਿੱਚ ਨਾਮ ਲੈ ਕੇ ਦੱਸੂਗਾ ਕਿ ਕਿਹੜਾ ਜੱਜ ਬੈਠ ਕੇ ਕਿੰਨੇ ਕਰੋੜ ਰੁਪਏ ਸੈਸ਼ਨ ਜੱਜ ਦੇ ਖਾਤੇ 'ਚ ਪਾ ਕੇ ਗਿਆ। ਸਾਰਾ ਕੁਝ ਸਬੂਤਾਂ ਸਮੇਤ ਦੇਊਗਾ ਆਉਣ ਵਾਲੇ ਸਮੇਂ ਦੇ ਵਿੱਚ। ਇਹ ਜਗ੍ਹਾ ਜਿਹੜੀ ਹੈਗੀ ਹੈ ਕਿਸੇ ਵੀ ਮੰਦਿਰ ਗੁਰਦੁਆਰੇ ਤੋਂ ਜ਼ਿਆਦਾ ਪਵਿੱਤਰ ਹੈ। ਇੱਥੇ ਸੰਘਰਸ਼ ਬੈਠ ਕੇ ਜਿੱਤਿਆ ਗਿਆ ਹੈ, ਇਸ ਕਰਕੇ ਇਹ ਜਗ੍ਹਾ ਕਦੇ ਸੁੰਨੀ ਨਹੀਂ ਛੱਡੀ ਜਾਊਗੀ। ਇਹ ਬੀਬੀ ਬੈਠੂਗੀ ਜਦੋਂ ਮੇਰੇ ਕੋਲ ਮੌਕਾ ਹੋਊਗਾ। ਅਸੀਂ 11 ਤੋਂ 2 ਦੇ ਵਿੱਚ ਆਮ ਲੋਕਾਂ ਵਾਸਤੇ ਇਹ ਮੰਦਿਰ ਜਿਹੜਾ ਹੈਗਾ ਹਮੇਸ਼ਾ ਖੁੱਲ੍ਹਾ ਰੱਖਾਂਗੇ। ਅਸਲੀ ਮੰਦਿਰ ਹੈ, ਇੱਥੋਂ ਨਾ ਗੰਦੇ ਬੰਦਿਆਂ ਦੀਆਂ ਫੋਟੋਆਂ ਉਤਾਰ ਦਿਆਂਗੇ। ਪਰ ਇਹ ਜਗ੍ਹਾ ਜਿਹੜੀ ਹੈਗੀ ਹੈ, ਤੇ ਜਿੰਨਾ ਚਿਰ ਅਸੀਂ ਜਿਉਂਦੇ ਰਹਾਂਗੇ ਇਹਦੀ ਜਿਹੜੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਇੱਥੇ ਡੀਸੀ ਆਫਿਸ ਵੀ ਹੈ, ਇੱਥੇ ਕਮਿਸ਼ਨਰ, ਜਿੱਥੇ ਕਿ ਵਰਦੀਆਂ ਵਿੱਚ ਨਾ ਔਰ ਮੁਰਦੇ ਬੈਠੇ ਆ, ਇਵੇਂ ਉੱਥੇ ਬੈਠੇ ਆ। ਲੋਕਾਂ ਨੂੰ ਥੋੜ੍ਹਾ ਬਹੁਤ ਕੋਈ ਇਨਸਾਫ ਦਿਵਾਉਣ ਦੀ ਕੋਸ਼ਿਸ਼, ਕਿਉਂਕਿ ਹੁਣ ਅਸੀਂ ਵੀ ਹੌਸਲੇ 'ਚ ਹੈ। ਅਸੀਂ ਇਹ ਜੰਗ ਜਿਹੜੀ ਹੈਗੀ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਜਿੱਤੀ ਹੈ। ਤੇ ਸੋ ਇਹ ਦੋ ਚੀਜ਼ਾਂ ਹੈ ਕਿ ਅਜੇ ਤੱਕ ਕੋਈ ਇਨਸਾਫ ਮਿਲਿਆ ਨਹੀਂ ਹੈ। ਇੱਕ ਸ਼ੁਰੂਆਤ ਹੋਈ ਹੈ, ਪਹਿਲੀ ਅਸਲੀ ਲੜਾਈ ਸ਼ੁਰੂ ਹੋਣੀ ਹੈ। ਪਹਿਲਾਂ ਜ਼ਮਾਨਤਾਂ ਦੀ ਹੋਊਗੀ, ਫਿਰ ਸਜ਼ਾ ਦੀ ਹੋਊਗੀ। ਇਹ ਅਜੇ ਆਉਣ ਵਾਲੇ ਸਾਲ 2 ਸਾਲ ਇਹ ਮਹੀਨੇ ਚੱਲਣੇ ਆ, ਜਿੰਨਾ ਚਿਰ ਇਹਨਾਂ ਦਾ ਬਿਲਕੁਲ ਸੁਪਰੀਮ ਕੋਰਟ ਤੋਂ ਸਜ਼ਾ ਕਨਫਰਮ ਨਹੀਂ ਹੋ ਜਾਂਦੀ। ਇਹ ਲੜਾਈ ਸਾਨੂੰ ਉਹਨਾਂ ਚਿਰ ਲੜਨੀ ਪੈਣੀ ਹੈ। ਇਹੀ ਮੇਰੀ ਬੇਨਤੀ ਸੀ ਕਿ ਇਹ ਚੀਜ਼ ਜਿਹੜੀ ਹੈਗੀ ਹੈ ਇੱਥੇ ਕੰਟੀਨਿਊ ਰਹੂਗੀ।